ਨੋਰਮਲੀ ਆਪਾਂ ਇਮੀਗ੍ਰੇਸ਼ਨ ਵਾਸਤੇ ਵੈਸਟ ਦੀ ਵੈਲੂਏਸ਼ਨ ਕਰਾਉਂਦੇ ਆ। ਕੈਨੇਡਾ ਦੇ ਵਿੱਚ ਲਾਇਰ ਬਣਨ ਦਾ ਪਾਥ ਹੈ ਉਹਨੂੰ ਸ਼ੁਰੂ ਕਰ ਸਕਦੇ, ਪਰ ਜੇ ਆਪਾਂ ਬਾਹਰੋਂ ਕੋਈ ਲਾਅ ਦੇ ਵਿੱਚ ਨਹੀਂ ਪੜ੍ਹਾਈ ਕੀਤੀ ਹੋਈ, ਆਮ ਤੌਰ ਤੇ ਜਦੋਂ ਆਪਾਂ ਸਾਰਾ ਪ੍ਰੋਸੈਸ ਕਰਦੇ ਹਾਂ 2 ਮਹੀਨੇ ਲੱਗਦੇ ਹੈਗੇ ਆ। ਪਹਿਲਾਂ $5000 ਤੱਕ ਤੁਸੀਂ ਆਪਣਾ ਖਰਚ ਕਰਕੇ NCA ਐਗਜ਼ਾਮ ਕਰਨ ਵਾਸਤੇ ਤੁਹਾਡੀ ਕੋਈ ਐਲੀਜੀਬਿਲਿਟੀ PR ਦੀ ਜਾਂ ਵਰਕ ਪਰਮਿਟ ਦੀ ਜਾਂ ਸਟੱਡੀ ਪਰਮਿਟ ਦੀ। ਮੈਂ ਵੀ ਪਿਛਲੇ 10 ਸਾਲਾਂ ਤੋਂ ਕੈਨੇਡਾ 'ਚ ਪੜ੍ਹਾਈ ਕਰਾ ਰਹੀ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ PNCN ਦੇਖ ਰਹੇ ਹੋ। ਤੁਹਾਡੇ ਲਈ ਅੱਜ ਅਸੀਂ ਮੁੜ ਤੋਂ ਇੱਕ ਜਾਣਕਾਰੀ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਇੱਕ ਪ੍ਰੋਫੈਸ਼ਨ ਦੇ ਬਾਰੇ ਤੁਹਾਨੂੰ ਅਸੀਂ ਦੱਸਦੇ ਹਾਂ ਹਰ ਹਫਤੇ ਕਿ ਕੈਨੇਡਾ ਦੇ ਵਿੱਚ ਉਸ ਪ੍ਰੋਫੈਸ਼ਨ 'ਚ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਉਸ ਵਾਸਤੇ ਕਿਹੜੇ ਕਦਮ ਨੇ, ਕਿੰਨਾ ਸਮਾਂ ਲੱਗਦਾ, ਕਿੰਨਾ ਖਰਚਾ ਹੁੰਦਾ ਹੈ ਤੇ ਇਸੇ ਸੰਬੰਧੀ ਹੋਰ ਸਵਾਲ ਵੀ ਅਸੀਂ ਜਾਣਦੇ ਹਾਂ। ਤੇ ਅੱਜ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਵਾਸਤੇ ਕੈਨੇਡਾ ਤੋਂ ਸੀਨੀਅਰ ਵਕੀਲ ਨਵਦੀਪ ਵਿਰਕ ਮੌਜੂਦ ਨੇ, ਜੋ ਕਿ ਜਾਣਕਾਰੀ ਸਾਨੂੰ ਦੱਸਣਗੇ ਕਿ ਆਖਿਰ ਕੈਨੇਡਾ ਵਿੱਚ ਜਾ ਕੇ ਜੇਕਰ ਕੋਈ ਵਕਾਲਤ ਕਰਨਾ ਚਾਹੁੰਦਾ ਤੇ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਮੌਜੂਦ ਹੈ ਤੇ ਅੱਗੇ ਉਹ ਵਕਾਲਤ ਦੀ ਪੜ੍ਹਾਈ ਵੀ ਕਰਨਾ ਚਾਹੁੰਦਾ ਹੈ ਤਾਂ ਇਸ ਵਾਸਤੇ ਕਿਹੜੇ ਕਦਮ ਨੇ, ਕਿੰਨਾ ਕੁ ਸਮਾਂ ਲੱਗਦਾ ਤੇ ਹੋਰ ਕੀ ਇਸ ਦੀ ਪ੍ਰਕਿਰਿਆ ਹੈ। ਸਭ ਤੋਂ ਪਹਿਲਾਂ ਤੁਹਾਡਾ PNCN ਤੇ ਸਵਾਗਤ ਹੈ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਐਕਸਾਈਟਿਡ ਟੂ ਬੀ ਔਨ ਯੋਰ ਚੈਨਲ। ਥੈਂਕ ਯੂ ਸੋ ਮਚ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਕੋਈ ਲਾਇਰ ਬਣਨਾ ਚਾਹੁੰਦਾ ਹੈ ਕੈਨੇਡਾ ਦੇ ਵਿੱਚ ਆ ਕੇ, ਤੇ ਫਿਰ ਬੇਸ਼ੱਕ ਉਹ ਕਿਤੇ ਬਾਹਰਲੇ ਮੁਲਕ ਤੋਂ ਆਇਆ ਜਾਂ ਫਿਰ ਇੱਥੇ ਹੀ ਪੜ੍ਹਾਈ ਕੀਤੀ ਹੈ, ਪਹਿਲਾ ਸਟੈਪ ਕੀ ਹੈ? ਸਭ ਤੋਂ ਪਹਿਲਾਂ ਆਪਾਂ ਨੂੰ ਕੈਨੇਡਾ ਦੇ ਵਿੱਚ ਨੈਸ਼ਨਲ ਕਮੇਟੀ ਆਫ ਐਕ੍ਰੈਡੀਟੇਸ਼ਨ ਹੈ, ਜਿਹਨੂੰ ਸ਼ਾਰਟ 'ਚ ਸਾਰੇ NCA ਕਹਿੰਦੇ ਨੇ, ਉਹਨਾਂ ਕੋਲ ਆਪਾਂ ਅਪਲਾਈ ਕਰਨਾ ਹੁੰਦਾ ਆਪਣੀ ਲਾਇਸੈਂਸ ਡਿਗਰੀ ਦੀ ਵੈਲੂਏਸ਼ਨ ਵਾਸਤੇ। ਇਹ ਜਿਹੜੀ ਨੋਰਮਲੀ ਆਪਾਂ ਇਮੀਗ੍ਰੇਸ਼ਨ ਵਾਸਤੇ ਵੈਸਟ ਦੀ ਵੈਲੂਏਸ਼ਨ ਕਰਾਉਂਦੇ ਆ, ਉਸੇ ਤੋਂ ਡਿਫਰੈਂਟ ਚੀਜ਼ ਹੈਗੀ ਹੈ। ਇਹ ਨੈਸ਼ਨਲ ਬੋਰਡ ਹੈ ਜਿਨ੍ਹਾਂ ਨੂੰ ਆਪਾਂ ਸੈਪਰੇਟਲੀ ਡਿਗਰੀਜ਼ ਭੇਜਣੀਆਂ ਨੇ। ਉਹ ਡਿਗਰੀਜ਼ ਭੇਜ ਕੇ ਆਪਾਂ ਨੂੰ ਵੈਲੂਏਟ ਕਰਕੇ ਦੱਸਦੇ ਨੇ ਕਿ ਤੁਸੀਂ ਕਿੰਨੇ ਐਗਜ਼ਾਮ ਦੇਣੇ ਨੇ, ਤੇ ਉਹ ਜਿਹੜੇ ਆਪਾਂ ਐਗਜ਼ਾਮ ਦੇਣੇ ਹੁੰਦੇ ਉਹ ਆਪਣੀ ਕਨਵੀਨੀਅੰਸ ਦੇ ਨਾਲ, ਜਦੋਂ ਆਪਾਂ ਨੂੰ ਇੱਕ ਵਾਰੀ ਡਿਗਰੀ ਵੈਲੂਏਟ ਹੋ ਜਾਂਦੀ ਹੈ 5 ਸਾਲਾਂ ਦੇ ਵਿੱਚ ਆਰਾਮ ਨਾਲ ਲਿਖ ਸਕਦੇ ਹੋ। ਤੁਸੀਂ ਆਪਣਾ ਕੈਨੇਡਾ ਦੇ ਵਿੱਚ ਆ ਕੇ ਬਾਕੀ ਜੋ ਵੀ ਤੁਸੀਂ ਪ੍ਰੋਫੈਸ਼ਨ ਪਰਸਿਊ ਕਰ ਰਹੇ ਹੋ, ਕੰਮ ਕਰ ਰਹੇ ਹੋ, ਕਰਦੇ ਰਹੇ ਹੋ, ਬਟ ਨਾਲ ਤੁਸੀਂ ਆਪਣਾ NCA ਦੇ ਐਗਜ਼ਾਮ ਦੇ ਕੇ ਤੇ ਆਪਣਾ ਜਿਹੜਾ ਕੈਨੇਡਾ ਦੇ ਵਿੱਚ ਲਾਇਰ ਬਣਨ ਦਾ ਪਾਥ ਹੈ ਉਹਨੂੰ ਸ਼ੁਰੂ ਕਰ ਸਕਦੇ ਹੋ। ਸੋ ਦ ਫਰਸਟ ਸਟੈਪ ਵੁੱਡ ਬੀ ਯੋਰ NCA ਵੈਲੂਏਸ਼ਨ। ਉਸ ਤੋਂ ਬਾਅਦ ਆਪਾਂ ਨੂੰ NCA ਦੇ ਐਗਜ਼ਾਮ ਮਿਲਦੇ ਨੇ। ਆਮ ਤੌਰ 'ਤੇ 6 ਐਗਜ਼ਾਮ ਅੱਜ ਕੱਲ੍ਹ ਮਿਲ ਰਹੇ ਨੇ ਸਟੂਡੈਂਟਸ ਨੂੰ, ਪਰ ਉਹ 8 ਵੀ ਹੋ ਸਕਦੇ ਨੇ, 10 ਵੀ, ਡਿਪੈਂਡਿੰਗ ਅਪੋਨ ਕਿ ਤੁਹਾਡਾ ਕਿਵੇਂ ਦਾ ਡਿਗਰੀ ਹੈ, ਪੜ੍ਹਾਈ ਹੈ, ਐਕਸਪੀਰੀਅੰਸ ਕਿਵੇਂ ਦਾ ਹੈਗਾ ਲੀਗਲ ਪ੍ਰੋਫੈਸ਼ਨ ਦੇ ਵਿੱਚ, ਜਿੱਥੋਂ ਵੀ ਤੁਸੀਂ ਆਏ ਹੋ। ਸੋ ਇਸ ਤੋਂ ਬਾਅਦ ਤੁਸੀਂ ਅਪਲਾਈ ਕਰਕੇ ਆਰਾਮ ਦੇ ਨਾਲ ਫਿਰ ਐਗਜ਼ਾਮ ਉਹਨਾਂ ਦਾ ਜਿਹੜਾ ਹੈਗਾ ਕੈਲੰਡਰ ਚੈੱਕ ਕਰਕੇ ਇੱਕ ਐਗਜ਼ਾਮ ਪਰਚੇਜ਼ ਕਰਕੇ ਤੁਸੀਂ ਸੈਲਫ ਸਟੱਡੀ ਦੇ ਨਾਲ ਜਾਂ ਟਿਊਟਰਿੰਗ ਦੇ ਨਾਲ ਉਹਨੂੰ ਤੁਸੀਂ ਪੜ੍ਹ ਕੇ ਪਾਸ ਕਰ ਸਕਦੇ ਹੋ। ਤੇ ਜਿਨ੍ਹਾਂ ਨੇ ਤਾਂ LLB ਜਿਵੇਂ ਇੱਥੋਂ ਬਾਹਰਲੇ ਉਹ ਤੋਂ ਕੀਤੀ ਹੋਈ ਹੈ, ਬਾਹਰਲੇ ਮੁਲਕ ਤੋਂ, ਕੈਨੇਡਾ ਦੇ ਵਿੱਚ ਨਹੀਂ ਕੀਤੀ, ਉਹਨਾਂ ਵਾਸਤੇ ਤਾਂ ਇਹ ਵੈਲੂਏਸ਼ਨ ਹੈ। ਤੇ ਜਿਨ੍ਹਾਂ ਨੇ ਪਹਿਲਾਂ ਨਹੀਂ ਕੀਤੀ ਹੋਈ, ਉਹ ਜ਼ੀਰੋ ਤੋਂ ਇੱਥੇ ਆ ਕੇ ਸ਼ੁਰੂ ਕਰਨਾ ਚਾਹੁੰਦੇ ਨੇ ਲਾਇਰ ਦੇ ਵਾਸਤੇ, ਉਹਨਾਂ ਵਾਸਤੇ ਕੀ ਹੈ? ਹਾਂਜੀ, ਇਹ ਵਾਲੀ ਜਿਹੜੀ ਪਹਿਲੀ ਡਿਗਰੀ ਹੈਗੀ ਹੈ, ਇਹ ਵੈਲੂਏਸ਼ਨ ਕਰਕੇ ਆਪਾਂ ਨੂੰ ਕੈਨੇਡੀਅਨ ਜੂਰਿਸ ਜਿਹੜੀ ਹੈਗੀ ਆ ਡਾਕਟਰ ਉਹਦੇ ਬਰਾਬਰ ਕਰਦੀ ਹੈ। ਸੋ ਆਪਾਂ ਕੈਨੇਡੀਅਨ LLB ਬਣ ਜਾਂਦੇ ਹਾਂ। ਪਰ ਜੇ ਆਪਾਂ ਬਾਹਰੋਂ ਕੋਈ ਲਾਅ ਦੇ ਵਿੱਚ ਨਹੀਂ ਪੜ੍ਹਾਈ ਕੀਤੀ ਹੋਈ ਤਾਂ ਕੈਨੇਡਾ ਦੇ ਵਿੱਚ ਆਪਾਂ CLET ਐਗਜ਼ਾਮ ਹੈਗਾ ਜਿਹੜਾ ਦੇ ਕੇ ਤੁਸੀਂ ਕੈਨੇਡਾ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਇਨ ਅ ਪ੍ਰੋਫੈਸ਼ਨਲ ਯੂਨੀਵਰਸਿਟੀ ਟੂ ਬਿਕਮ ਅ ਲਾਇਰ। ਸੋ ਆਪਾਂ ਇੱਥੇ ਵੀ LLB ਕਰ ਸਕਦੇ ਹੈਗੇ ਆ। ਤੇ ਫਿਰ ਜੇਕਰ ਇੱਥੇ ਕਿਸੇ ਨੇ ਹਾਈ ਸਕੂਲ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਇੱਥੇ ਜਿਵੇਂ ਹੋਰ ਪ੍ਰੋਫੈਸ਼ਨਸ ਦੇ ਵਾਸਤੇ ਕਈ ਵਾਰ ਵਲੰਟੀਅਰ ਵੀ ਕਰਨਾ ਪੈਂਦਾ ਹੈ ਜਾਂ ਕੋਈ ਹੋਰ ਪਹਿਲਾਂ ਡਿਪਲੋਮਾ ਜਾਂ ਕੁਛ ਕਰਨਾ ਪੈਂਦਾ ਹੈ, ਤਾਂ ਉਹ ਹੈ ਜਾਂ ਫਿਰ ਸਿੱਧਾ ਉਹਨਾਂ ਨੂੰ ਆਪਸ਼ਨ ਮਿਲਦੀ ਹੈ? ਜਿਹੜੀ ਸਿੱਧੀ ਆਪਸ਼ਨ ਹੈਗੀ ਹੈ ਉਹ ਤੁਹਾਡੀ ਪੜ੍ਹਾਈ ਦੇ ਬੇਸ 'ਤੇ ਐਕਸਪੀਰੀਅੰਸ ਦੇ ਬੇਸ 'ਤੇ ਹੈ, ਕਿਉਂਕਿ ਜਿਹੜਾ ਯੂਨੀਵਰਸਿਟੀ ਦਾ ਸਿਲੈਕਸ਼ਨ ਪ੍ਰੋਸੈਸ ਹੈਗਾ ਉਹ ਉਹਨਾਂ ਨੇ ਕਾਫੀ ਆਪਾਂ ਨੂੰ ਦੇਖਣਾ ਹੈਗਾ ਕਿ ਆਪਾਂ ਕਿਉਂ ਆਪਾਂ ਲਾਅ ਕਰਨਾ ਚਾਹੁੰਦੇ। ਜੇ ਆਪਾਂ ਡਾਕਟਰ ਬਣਨਾ ਚਾਹੁੰਦੇ ਤਾਂ ਵੀ ਉਹ ਆਪਾਂ ਨੂੰ ਪੁੱਛਦੇ ਆ ਵੀ ਆਪਾਂ ਕਿਉਂ ਡਾਕਟਰ ਬਣਨਾ ਚਾਹੁੰਦੇ, ਅਤੇ ਇਵੇਂ ਲਾਅ ਦੇ ਵਿੱਚ ਉਹ ਆਪਾਂ ਨੂੰ ਪੁੱਛਦੇ ਨੇ ਵੀ ਤੁਸੀਂ ਕਿਉਂ ਲਾਇਰ ਬਣਨਾ ਚਾਹੁੰਦੇ। ਸੋ ਐਪਲੀਕੇਸ਼ਨ ਆਪਣੇ ਆਪ 'ਚ ਇੱਕ ਪ੍ਰੋਸੈਸ ਹੈਗਾ ਜਿਹੜਾ ਹਰੇਕ ਯੂਨੀਵਰਸਿਟੀ ਦਾ ਵੱਖਰਾ ਵੱਖਰਾ ਹੈਗਾ। ਸੋ ਆਫਕੋਰਸ ਤੁਹਾਡੀ ਵੋਲੰਟੀਅਰਿੰਗ ਕਾਊਂਟ ਕਰਦੀ ਹੈ, ਪਰ ਨੋਰਮਲੀ ਤੁਸੀਂ ਕੋਈ ਵੀ ਗ੍ਰੈਜੂਏਸ਼ਨ ਕੀਤੀ ਹੋਵੇ ਤਾਂ ਤੁਸੀਂ ਕੈਨੇਡਾ ਦੇ ਵਿੱਚ ਲਾਇਰ ਬਣ ਸਕਦੇ ਹੋ, LLB ਕਰ ਸਕਦੇ ਹੋ। ਤੇ ਫਿਰ ਜਿਵੇਂ ਹੁਣ ਕਿਸੇ ਨੇ ਬਾਹਰਲੇ ਮੁਲਕ ਤੋਂ ਕੀਤੀ ਹੋਈ ਹੈ, ਇੱਥੇ ਵੈਲੂਏਸ਼ਨ ਵੀ ਕਰਵਾ ਰਿਹਾ ਹੈ, ਤਾਂ ਕਿੰਨਾ ਸਮਾਂ ਲੱਗ ਜਾਂਦਾ ਹੈ? ਆਮ ਤੌਰ 'ਤੇ ਜਦੋਂ ਆਪਾਂ ਸਾਰਾ ਪ੍ਰੋਸੈਸ ਕਰਦੇ ਹਾਂ 2 ਮਹੀਨੇ ਲੱਗਦੇ ਹੈਗੇ ਆ ਪਹਿਲਾਂ ਤੁਹਾਡੀ ਵੈਲੂਏਸ਼ਨ ਕਰਾਉਣ ਦੇ ਵਿੱਚ, ਅਤੇ ਉਸ ਤੋਂ ਬਾਅਦ ਇਹ ਡਿਪੈਂਡ ਕਰਦਾ ਕਿ ਤੁਹਾਡੇ ਕਿਹੜੇ ਐਗਜ਼ਾਮ ਨੇ, ਉਹਨਾਂ ਲਈ ਆਪਾਂ ਕੀ ਤਿਆਰੀ ਕਰਨੀ ਹੈ, ਕਿਵੇਂ ਆਪਾਂ ਆਪਣੇ ਕੰਮ ਦੇ 'ਚੋਂ ਸਮਾਂ ਕੱਢ ਕੇ ਤਿਆਰੀ ਕਰਕੇ ਪੜ੍ਹਨਾ ਹੈਗਾ। ਸੋ ਆਮ ਤੌਰ 'ਤੇ ਜਿਹੜੇ ਸਟੂਡੈਂਟਸ ਮੇਰੇ ਕੋਲ ਆਉਂਦੇ ਨੇ ਉਹ ਸਾਲ ਦੇ ਵਿੱਚ ਆਪਣਾ ਵੈਲੂਏਸ਼ਨ ਤੋਂ ਬਾਅਦ ਜਿਹੜਾ ਪੜ੍ਹਾਈ ਵਾਲਾ ਪ੍ਰੋਸੈਸ ਹੈ ਉਹਨੂੰ ਪੂਰਾ ਕਰ ਲੈਂਦੇ ਨੇ। ਤੇ ਇਸ ਦੇ ਲਈ ਖਰਚਾ ਕਿੰਨਾ ਕੁ ਆਉਂਦਾ ਉਹਨਾਂ ਲਈ?
ਜਿਹੜੇ ਆਮ ਇਵੈਲੂਏਸ਼ਨ ਹੈ ਉਹਦੀ $500 ਦੇ ਕਰੀਬ ਫੀਸ ਹੈਗੀ ਹੈ ਤੇ ਐਗਜ਼ਾਮ ਵੀ $600 ਤੋਂ $700 ਦੇ ਵਿੱਚ ਪਰ ਐਗਜ਼ਾਮ ਵਿਦ ਤੁਹਾਡੀਆਂ ਬੁੱਕਸ ਤੁਹਾਨੂੰ ਪੈਂਦਾ ਹੈਗਾ। ਸੋ ਮੇਰੇ ਹਿਸਾਬ ਨਾਲ ਆਰਾਮ ਨਾਲ $5000 ਤੱਕ ਤੁਸੀਂ ਆਪਣਾ ਖਰਚ ਕਰਕੇ NCA ਪ੍ਰੋਸੈਸ ਪੂਰਾ ਕਰ ਸਕਦੇ ਹੋ। ਤੇ ਜੋ ਇਹ ਐਗਜ਼ਾਮਸ ਹੈ ਉਸ ਤੋਂ ਇਲਾਵਾ ਜੇਕਰ ਉਹ ਸਿਰਫ ਐਗਜ਼ਾਮ ਨਹੀਂ ਦੇਣਾ ਚਾਹੁੰਦੇ, ਇਸ ਦੇ ਲਈ ਕੋਰਸ ਕਰਨਾ ਚਾਹੁੰਦੇ ਨੇ, ਉਹ ਵੀ ਆਪਸ਼ਨ ਹੈਗੀ ਹੈ? ਹਾਂਜੀ, ਯੂਨੀਵਰਸਿਟੀਆਂ ਦੇ ਵਿੱਚ ਕੋਰਸ ਹੈਗੇ ਆ, ਤੁਸੀਂ ਪ੍ਰਾਈਵੇਟ ਟਿਊਟਰਿੰਗ ਲੈ ਸਕਦੇ ਹੋ। ਮੈਂ ਵੀ ਪਿਛਲੇ 10 ਸਾਲਾਂ ਤੋਂ ਕੈਨੇਡਾ 'ਚ ਪੜ੍ਹਾਈ ਕਰਾ ਰਹੀ ਹਾਂ ਵਕੀਲਾਂ ਨੂੰ ਜਿਹੜੇ ਕਿ ਬਾਹਰੋਂ ਪੜ੍ਹ ਕੇ ਆਉਂਦੇ ਨੇ। ਸੋ ਬਹੁਤ ਆਪਸ਼ਨਸ ਹੈ ਉਹਨਾਂ ਵਾਸਤੇ। UBC ਦੀ ਆਪਸ਼ਨ ਹੈ, ਯੂਨੀਵਰਸਿਟੀ ਆਫ ਅਲਬਰਟਾ ਹੈ, ਯੂਨੀਵਰਸਿਟੀ ਆਫ ਓਟਵਾ ਵੀ, ਯੂਨੀਵਰਸਿਟੀ ਆਫ ਟੋਰਾਂਟੋ, ਕਾਫੀ ਯੂਨੀਵਰਸਿਟੀਆਂ ਕਰਾਉਂਦੀਆਂ ਨੇ। ਪਰ ਲੋਕੀ ਬਹੁਤਾ ਪਸੰਦ ਕਰਦੇ ਨੇ ਕਿ ਸਾਨੂੰ ਕੋਈ ਆਪਣੇ ਹਿਸਾਬ ਨਾਲ ਪੜ੍ਹਾ ਦੇਵੇ। ਤਾਂ ਮੇਰੇ ਕੋਲ ਕਾਫੀ ਸਟੂਡੈਂਟਸ ਇਸ ਕਰਕੇ ਵੀ ਆਉਂਦੇ ਨੇ ਜਿਹੜੇ ਇਹ ਚਾਹੁੰਦੇ ਨੇ ਕਿ ਸਾਨੂੰ ਆਪਣੇ ਹਿਸਾਬ ਦੇ ਨਾਲ, ਆਪਣੀ ਲੈਂਗੁਏਜ ਦੇ ਹਿਸਾਬ ਨਾਲ, ਆਪਣੇ ਕੰਫਰਟ ਲੈਵਲ ਦੇ ਨਾਲ ਕੋਈ ਇਹ ਵੀ ਸਮਝਦਾ ਹੋਵੇ ਕਿ ਅਸੀਂ ਕੀ ਪੜ੍ਹਿਆ ਹੋਇਆ ਹੈ। ਸੋ ਇਸ ਕਰਕੇ ਇਟਸ ਅ ਵੈਰੀ ਗੁੱਡ ਪ੍ਰੋਸੈਸ। ਤਾਂ ਤੁਸੀਂ ਬੜੀ ਹੈਲਪ ਹੈਗੀ ਹੈ ਕੈਨੇਡਾ ਦੇ ਵਿੱਚ ਆਪਣੇ ਜਦੋਂ ਆਪਾਂ ਪੜ੍ਹਨਾ ਹੋਵੇ ਤੇ ਫਿਰ ਜਦੋਂ ਉਹਨਾਂ ਦੇ ਵੱਲੋਂ ਇਹ ਕੋਰਸ ਲਏ ਜਾਂਦੇ ਨੇ, ਤੁਸੀਂ ਕਿ ਐਗਜ਼ਾਮ ਹੁੰਦੇ ਨੇ, ਤਾਂ ਜੇ ਉਹਨਾਂ ਤੋਂ ਪਾਸ ਨਹੀਂ ਹੁੰਦਾ ਤਾਂ ਕਿੰਨਾ ਕੁ ਸਮਾਂ ਹੁੰਦਾ ਹੈ ਕਿ ਕਿੰਨੀ ਵਾਰ ਉਹ ਦੇ ਸਕਦੇ ਨੇ ਐਗਜ਼ਾਮ, ਤੇ ਕਿੰਨੇ ਮੌਕੇ ਹੁੰਦੇ ਨੇ? ਆਮ ਤੌਰ 'ਤੇ ਐਗਜ਼ਾਮ ਦੇਣ ਲਈ ਤੁਹਾਡੇ ਕੋਲ 3 ਮੌਕੇ ਹੁੰਦੇ ਨੇ। ਪਰ 3 ਮੌਕਿਆਂ 'ਚ ਤੁਹਾਡਾ ਬਹੁਤ ਅੱਛੀ ਤਰ੍ਹਾਂ ਜੇ ਤੁਸੀਂ ਤੁਹਾਨੂੰ ਪਹਿਲੀ ਵਾਰ ਨਹੀਂ ਚੀਜ਼ ਸਮਝ ਆਈ, ਨਹੀਂ ਤੁਹਾਨੂੰ ਕੋਈ ਚੀਜ਼ ਪ੍ਰੋਪਰ, ਤੁਹਾਨੂੰ ਕੋਈ ਕਨਸੈਪਟ ਤੁਹਾਡਾ ਕਲੀਅਰ ਨਹੀਂ ਹੈ, ਤਾਂ ਤੁਸੀਂ ਕਰ ਸਕਦੇ ਹੋ। ਜੇ ਤੁਸੀਂ ਐਗਜ਼ਾਮ ਫੇਲ ਕਰਦੇ ਹੋ, ਬੜੀ ਅੱਛੀ ਤਰ੍ਹਾਂ ਤੁਹਾਨੂੰ ਡੀਟੇਲ ਰਿਪੋਰਟ ਦੇ ਕੇ ਵੀ ਦੱਸਦੇ ਨੇ ਵੀ ਤੁਹਾਡੀ ਇਹ ਕਮੀ ਹੈ, ਇਹ ਇਵੇਂ ਠੀਕ ਕਰਨੀ ਸੀਗੀ। ਅਤੇ ਇਸ ਤੋਂ ਇਲਾਵਾ ਮੈਂ ਪਿਛਲੇ 10 ਸਾਲ ਤੋਂ ਇਹ ਕੰਮ ਕਰ ਰਹੀ ਹਾਂ ਕਿ ਜਦੋਂ ਕਿਸੇ ਕੋਲ, ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੁੰਦਾ, ਸੈਲਫ ਸਟੱਡੀ ਦੇ ਵਿੱਚ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ, ਅਤੇ ਜਿਹੜਾ NCA ਬੋਰਡ ਹੈਗਾ ਉਹ ਇੱਕ ਲਾਇਰ ਐਂਡ ਟੀਚਰ ਦੀ ਰეკਮੈਂਡੇਸ਼ਨ ਦੇ ਉੱਤੇ, ਜਿਹਦੇ ਐਕਸਪੀਰੀਅੰਸ ਦੇਖ ਕੇ ਉਹਨੂੰ ਰੈਮੀਡੀਏਸ਼ਨ ਪਲਾਨ ਕਿਹਾ ਜਾਂਦਾ ਉਹਦੀ ਭਾਸ਼ਾ ਦੇ ਵਿੱਚ। ਮੈਂ ਯੂਜੂਲੀ ਸਟੂਡੈਂਟਸ ਨੂੰ ਉਹਨਾਂ ਨੂੰ ਇਵੈਲੂਏਟ ਕਰਕੇ, ਜੇ ਉਹ ਮੇਰੇ ਕੋਲ ਉਦੋਂ ਆਉਂਦੇ ਨੇ ਜਦੋਂ ਆਲਰੇਡੀ ਆਪਣੇ 3 ਚਾਂਸ ਵੇਸਟ ਕਰ ਚੁੱਕੇ ਨੇ, ਅਤੇ ਉਦੋਂ ਉਹਨਾਂ ਕੋਲ ਇੱਕ ਆਪਸ਼ਨ ਹੈ, ਜਾਂ ਤਾਂ ਤੁਸੀਂ ਯੂਨੀਵਰਸਿਟੀ ਜਾ ਕੇ ਕੋਰਸ ਕਰੋ ਜਾਂ ਤੁਸੀਂ ਅਪਰੂਵ ਕਰਾਓ ਕੈਨੇਡਾ ਤੋਂ ਕੋਰਸ, NCA ਤੋਂ ਕੋਰਸ। ਅਤੇ ਆਈ ਵੁੱਡ ਸੇ ਮੈਂ ਬੜੀ ਖੁਸ਼ਨਸੀਬ ਹਾਂ ਕਿ ਪਿਛਲੇ 10 ਸਾਲਾਂ ਤੋਂ ਮੈਂ ਲੋਕਾਂ ਦੀ ਹੈਲਪ ਕਰਕੇ ਇਸ ਦੇ ਵਿੱਚ ਉਹਨਾਂ ਨੂੰ 4ਥੀ ਵਾਰੀ ਪਾਸ ਕਰਵਾ ਦਈਦਾ, ਉਹਨਾਂ ਨੂੰ ਸਮਝਾਈਦਾ, ਪੜ੍ਹਾਈਦਾ, ਉਹਨਾਂ ਦਾ ਪ੍ਰੋਪਰ ਇਵੈਲੂਏਸ਼ਨ ਤੋਂ ਬਾਅਦ ਪਲਾਨ ਬਣਾਈਦਾ ਜਿਹਦੇ ਨਾਲ ਉਹ NCA ਉਹਨਾਂ ਨੂੰ ਅਪਰੂਵ ਕਰ ਦਿੰਦਾ। ਰਾਦਰ ਦੈਨ ਗੋਇੰਗ ਟੂ ਲਾਅ ਸਕੂਲ, ਦੇ ਕੈਨ ਕਮ ਟੂ ਕੈਨੇਡੀਅਨ ਲਾਅ ਟਿਊਟਰ। ਅਤੇ ਇਹਦੇ ਲਈ ਏਜ ਐਲੀਜੀਬਿਲਿਟੀ ਕੀ ਹੈ? ਏਜ ਐਲੀਜੀਬਿਲਿਟੀ ਕੋਈ ਨਹੀਂ ਹੈ। ਮੇਰੇ 21 ਸਾਲ ਤੋਂ ਲੈ ਕੇ 72 ਈਅਰ ਓਲਡ ਤੱਕ ਮੇਰੇ ਸਟੂਡੈਂਟਸ ਨੇ। ਸੋ ਇਟ ਰੀਅਲੀ ਡਿਪੈਂਡ ਤੁਸੀਂ ਕਿੱਥੇ ਹੈਗੇ ਹੋ, ਕਿਹੜੇ ਪ੍ਰੋਫੈਸ਼ਨ 'ਚੋਂ। ਜੇ ਤੁਹਾਨੂੰ ਪੈਸ਼ਨ ਹੈ ਲਾਅ ਦੇ ਵਿੱਚ ਤਾਂ ਤੁਸੀਂ ਜ਼ਰੂਰ ਆਓ ਅਤੇ ਜ਼ਰੂਰ ਲਾਇਰ ਬਣੋ। ਤੁਸੀਂ ਏਜ ਦਾ ਕੋਈ ਕਨਸੈਪਟ ਨਹੀਂ ਹੈਗਾ। ਅਤੇ ਇਹਦੇ ਲਈ ਕੈਨੇਡਾ ਦੇ ਵਿੱਚ ਕੀ ਸਟੇਟਸ PR ਜਾਂ ਸਿਟੀਜ਼ਨ ਹੋਣਾ ਜ਼ਰੂਰੀ ਹੈ? ਨਹੀਂ, NCA ਐਗਜ਼ਾਮ ਵਾਸਤੇ ਕੋਈ ਤੁਹਾਡੀ ਸਟੇਟਸ ਰਿਕੁਆਇਰਮੈਂਟ ਨਹੀਂ ਹੈ। NCA ਇਜ਼ ਐਨ ਓਪਨ ਪੋਲਿਸੀ ਜਿਹਦੇ 'ਚ ਤੁਸੀਂ ਇੰਡੀਆ ਬੈਠੇ ਵੀ ਕਰ ਸਕਦੇ ਹੋ। ਮੈਂ ਜਦੋਂ ਪਹਿਲੀ ਵਾਰ 2009 ਦੇ ਵਿੱਚ NCA ਨੂੰ ਅਪਲਾਈ ਕੀਤਾ ਸੀ ਅਤੇ 2010 ਦੇ ਵਿੱਚ, ਸੋ ਆਈ ਵਾਜ਼ ਦ ਫਰਸਟ ਵਨ ਟੂ ਡੂ ਕੈਨੇਡੀਅਨ ਐਗਜ਼ਾਮ ਐਂਡ ਕੈਨੇਡੀਅਨ ਇਵੈਲੂਏਸ਼ਨ, ਬਿਕਮਿੰਗ ਜੂਰਿਸ ਡਾਕਟਰ ਫॉर ਕੈਨੇਡਾ ਵਾਈਲ ਸਿਟਿੰਗ ਇਨ ਇੰਡੀਆ। ਸੋ ਤੁਸੀਂ ਇਹ ਜ਼ਰੂਰ ਕਰ ਸਕਦੇ ਹੋ। ਅੱਜ ਵੀ ਮੇਰੇ ਕੋਲ ਲੰਡਨ ਤੋਂ, ਨਿਊ ਦਿੱਲੀ ਤੋਂ, ਫਰਾਂਸ ਤੋਂ ਸਟੂਡੈਂਟਸ ਹੈਗੇ ਨੇ ਜਿਹੜੇ ਕਰ ਰਹੇ ਨੇ। ਸੋ NCA ਐਗਜ਼ਾਮ ਕਰਨ ਵਾਸਤੇ ਤੁਹਾਡੀ ਕੋਈ ਐਲੀਜੀਬਿਲਿਟੀ PR ਦੀ ਜਾਂ ਵਰਕ ਪਰਮਿਟ ਦੀ ਜਾਂ ਸਟੱਡੀ ਪਰਮਿਟ ਦੀ ਨਹੀਂ ਹੈਗੀ। ਅਤੇ ਯਾਨੀ ਕਿ ਜੇਕਰ ਹੁਣ ਕੋਈ ਇੰਡੀਆ ਵਿੱਚ ਬੈਠਾ ਹੈ ਅਤੇ ਉਸਨੇ LLB ਕੀਤੀ ਹੈ ਅਤੇ ਉਹ ਪ੍ਰੈਕਟਿਸ ਕਰ ਰਿਹਾ ਅੱਗੇ, ਅਤੇ ਉਹ ਹੁਣ ਕੈਨੇਡਾ ਦੇ ਵਿੱਚ ਅੱਗੇ ਪਰਸਿਊ ਕਰਨਾ ਚਾਹੁੰਦਾ, ਤਾਂ ਉਹ ਇੰਡੀਆ ਦੇ ਵਿੱਚੋਂ ਹੀ ਬੈਠ ਕੇ NCA ਦੇ ਐਗਜ਼ਾਮ ਦੇ ਸਕਦਾ? ਹਾਂਜੀ, ਜ਼ਰੂਰ ਤੁਸੀਂ ਦੇ ਸਕਦੇ ਹੈਗੇ ਹੋ। ਇਹ ਤੁਹਾਡੇ ਕੋਲ ਬਹੁਤ ਵਧੀਆ ਆਪਸ਼ਨ ਹੈ ਕਿ ਜਦੋਂ ਤੁਸੀਂ ਅਜੇ ਇੱਥੇ PR ਪ੍ਰੋਸੈਸ ਤੁਹਾਡਾ ਚੱਲ ਰਿਹਾ, ਤੁਸੀਂ ਇੱਥੇ ਅਜੇ ਆਏ ਨਹੀਂ, ਤੁਹਾਨੂੰ ਪਤਾ ਹੈ ਕਿ ਮੈਂ ਲਾਇਰ ਬਣਨਾ ਹੈ ਜਾਂ ਮੈਂ ਲਾਇਰ ਦਾ ਕਰੀਅਰ ਦੇ ਵਿੱਚ ਅੱਗੇ ਜਾਣਾ ਹੈ, ਅਤੇ NCA ਤੁਹਾਡਾ ਪਹਿਲਾ ਸਟੈਪ ਹੈ ਜਿਹੜਾ ਤੁਹਾਨੂੰ ਜ਼ਰੂਰ ਬਾਹਰੋਂ ਹੀ ਸਟਾਰਟ ਕਰ ਲੈਣਾ ਚਾਹੀਦਾ ਅਤੇ ਆਪਣਾ ਸ਼ੁਰੂ ਕਰ ਲੈਣਾ ਚਾਹੀਦਾ। ਅਤੇ ਔਨਲਾਈਨ ਹੀ ਹੁੰਦੇ ਨੇ ਸਾਰੇ ਐਗਜ਼ਾਮ? ਹਾਂਜੀ, ਐਗਜ਼ਾਮ ਅੱਜ ਪਹਿਲਾਂ ਨਿਊ ਦਿੱਲੀ ਸੈਂਟਰ ਹੁੰਦਾ ਸੀਗਾ, ਪਰ ਹੁਣ ਕੋਵਿਡ ਦੇ ਵਿੱਚ ਔਨਲਾਈਨ ਹੋ ਗਏ ਨੇ। ਇਸ ਵੇਲੇ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਕਿਸੇ ਵੀ ਲੌਗਇਨ ਕਰਕੇ ਆਪਣਾ ਐਗਜ਼ਾਮ ਕਰ ਸਕਦੇ ਹੋ। ਅਤੇ ਫਿਰ ਉਸ ਤੋਂ ਬਾਅਦ ਉਸ ਬੇਸ ਤੇ ਬਾਅਦ ਵਿੱਚ ਉਹ ਕੈਨੇਡਾ ਦੇ ਵਿੱਚ ਆ ਸਕਦੇ ਨੇ ਜਾਂ PR ਦੇ ਵਾਸਤੇ? ਤੇ ਹੋਰ ਨਹੀਂ, ਇਹ ਜਿਹੜਾ ਪ੍ਰੋਸੈਸ ਹੈ ਇਹ ਤੁਹਾਡੇ PR 'ਚ ਕਾਊਂਟ ਨਹੀਂ ਹੁੰਦਾ। ਇਹ ਤੁਹਾਡਾ ਪੜ੍ਹਾਈ ਦਾ ਇੱਕ ਸਟੈਪ ਹੈ ਜਿਹੜਾ ਤੁਸੀਂ ਸਿਰਫ ਆਪਣੀ LLB ਨੂੰ ਕੈਨੇਡੀਅਨ LLB ਦੇ ਬਰਾਬਰ ਕਰ ਰਹੇ ਹੋ। ਇਹਦੇ ਨਾਲ ਤੁਹਾਡੀ ਇਮੀਗ੍ਰੇਸ਼ਨ ਦੇ ਵਿੱਚ ਕੋਈ ਹੈਲਪ ਨਹੀਂ ਹੁੰਦੀ, ਪਰ ਕਿਉਂਕਿ ਇਮੀਗ੍ਰੇਸ਼ਨ ਇੱਕ ਇੰਡੀਪੈਂਡੈਂਟ ਪ੍ਰੋਸੈਸ ਹੈਗਾ ਜਿਹੜਾ ਬੀਇੰਗ ਐਨ ਇਮੀਗ੍ਰੇਸ਼ਨ ਲਾਇਰ ਅਸੀਂ ਹੈਂਡਲ ਕਰਦੇ ਹਾਂ। ਬਟ ਜਿਹੜਾ ਪੜ੍ਹਾਈ ਵਾਲਾ ਪ੍ਰੋਸੈਸ ਹੈ ਇਹ ਹੈ ਕਿ ਆਪਾਂ ਪੜ੍ਹਨਾ ਤਾਂ ਹੈ ਹੀ ਹੈ ਨਾ ਜੇ ਆਉਣਾ ਹੈਗਾ। ਸੋ ਇਹਦੇ ਪੁਆਇੰਟਸ ਭਾਵੇਂ ਤੁਹਾਨੂੰ ਇਮੀਗ੍ਰੇਸ਼ਨ 'ਚ ਨਾ ਮਿਲਣ, ਪਰ ਇਹ ਬੜਾ ਕ੍ਰੂਸ਼ਲ ਐਂਡ ਇੰਪੋਰਟੈਂਟ ਫੈਕਟਰ ਹੈ ਤੁਹਾਡੇ ਕਰੀਅਰ ਦੇ ਵਿੱਚ ਵੈਨ ਯੂ ਵਾਂਟ ਟੂ ਬਿਕਮ ਅ ਲਾਇਰ ਇਨ ਕੈਨੇਡਾ। ਥੈਂਕ ਯੂ ਸੋ ਮਚ। ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਕੱਢ ਕੇ ਦੇਣ ਦੇ ਲਈ ਅਤੇ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਵੈਰੀ ਮਚ ਫॉर ਗਿਵਿੰਗ ਮੀ ਦਿਸ ਓਪਰਚੁਨਿਟੀ ਕਿ ਤਾਂ ਕਿ ਮੈਂ ਆਪਣੀ ਜਾਣਕਾਰੀ ਤੇ ਐਕਸਪੀਰੀਅੰਸ ਸਾਰਿਆਂ ਨਾਲ ਸ਼ੇਅਰ ਕਰ ਪਾਈ। ਥੈਂਕ ਯੂ। ਜਿਵੇਂ ਕਿ ਤੁਸੀਂ ਸਾਰੀ ਜਾਣਕਾਰੀ ਸੁਣੀ, ਉਮੀਦ ਹੈ ਤੁਹਾਡੇ ਲਈ ਇਹ ਜਾਣਕਾਰੀ ਮਦਦਗਾਰ ਸਾਬਤ ਹੋਵੇਗੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।